ਇਹ ਜਿਹੜੀਆਂ ਕੰਜ ਝੋਟੀਆਂ ਨੇ ਇਹਨਾਂ ਤੇ ਰੋਜ਼ਾਨਾ ਦਾ ਕਿੰਨਾ ਖਰਚਾ ਆ ਜਾਂਦਾ? ਇਹਨਾਂ ਕਿ ਮਹੀਨੇ 2500 3000 ਖਰਚਾ ਆ ਜਾਂਦਾ ਮੈਕਸੀਮਮ ਤੁਸੀਂ ਉਹਨੂੰ ਸਾਲ ਹੀ ਲਾ ਲਓ ਤੇ ਸਾਲ ਵਿੱਚ ਤੁਸੀਂ ਖਰਚਾ ਤੇ ਮਹੀਨੇ ਦਾ ਤਕਰੀਬਨ ਦੱਸਿਆ 2500 3000 ਹੁੰਦਾ ਤੇ ਜਦੋਂ ਉਹ ਤਿਆਰ ਹੋ ਜਾਂਦੀ ਹੈ ਉਹ ਕਿੰਨੇ ਕੁ ਦੀ ਸੇਲ ਹੋ ਜਾਂਦੀ ਹੈ? 2 ਲੱਖ ਤੱਕ ਵੀ ਚਲੀ ਜਾਂਦੀ ਹੈ। अस्सलाम वालेकुम। वालेकुम सलाम। सर की हाल है? ठीक ठाक। आप दा की नाम है? मोहम्मद सैफुल्ला। सैफ साहब तुसी केड़ियां मज्जां दा कारोबार करदे हो पे? कांज झोटियां दा। अपने तजर्बे दे मुतलक दसो कि किन्ने अरसा पहले तुसी यह काम शुरू कीता है ते तुहाडे ज़हन च ऐला ख्याल कित्थों आया है? ये जी बेसिक ही है, असी पहला भी जमींदार हाँ लेकिन ਇਹਦਾ ਖਿਆਲ ਇਹ ਸੀ ਕਿ ਉਦੋਂ ਫਸਲ ਦਾ ਰੇਟ ਘੱਟ ਸੀ ਜੀ ਤੇ ਫਿਰ ਜਾਨਵਰਾਂ ਵਾਲੇ ਪਾਸੇ ਆ ਗਏ। ਮਾਸ਼ਾਅੱਲਾ ਕੁਝ ਲੋਕ ਹੁੰਦੇ ਨੇ ਉਹ ਦੁੱਧ ਵਾਲੇ ਜਾਨਵਰ ਰੱਖਦੇ ਨੇ, ਤੁਸੀਂ ਕੰਜ ਝੋਟੀਆਂ ਰੱਖੀਆਂ ਨੇ, ਤੁਹਾਡੇ ਖਿਆਲ ਨਾਲ ਦੁੱਧ ਵਾਲੇ ਜਾਨਵਰ ਬਿਹਤਰ ਨੇ ਜਾਂ ਕਿ ਕੰਜ ਝੋਟੀਆਂ ਨੂੰ ਵੰਨ ਲਵਾਉਣਾ ਬਿਹਤਰ ਹੈ? ਇਹ ਦੋਨੋਂ ਹੀ ਬਿਹਤਰ ਨੇ ਲੇਕਿਨ ਇਹਦੇ 'ਚ ਥੋੜੀ ਉਹਦੇ 'ਚ ਦੁੱਧ ਵਾਲੇ ਜਾਨਵਰਾਂ 'ਚ ਪ੍ਰੋਬਲਮ ਜ਼ਿਆਦਾ ਹੁੰਦੀਆਂ ਨੇ, ਥੋੜੀ ਜਿਹੀਆਂ ਘੱਟ ਹੁੰਦੀਆਂ। ਅੱਛਾ ਇਹ ਕਿਸ ਕਿਸਮ ਦੀਆਂ ਪ੍ਰੋਬਲਮਸ ਨੇ ਦੁੱਧ ਵਾਲੇ ਜਾਨਵਰ 'ਚ ਤੇ ਇਹ ਵਾਲੇ ਜਾਨਵਰਾਂ 'ਚ ਉਹ ਪ੍ਰੋਬਲਮ ਨਹੀਂ ਹੈ, ਉਹ ਥੋੜਾ ਜ਼ਿਕਰ ਕਰ ਦਿਓ। ਦੁੱਧ ਵਾਲੇ ਜਾਨਵਰ ਨੂੰ ਪੂਰੀ ਕੇਅਰ ਦੀ ਜ਼ਰੂਰਤ ਹੈ, ਚਾਰੇ ਦਾ ਪੂਰਾ ਵਕਤ ਸਿਰ ਪਾਣਾ ਔਰ ਇੱਕ ਦਿਨ 'ਚੋਂ ਦੱਸਦਾ ਹੈ ਕਿ ਇਹਦੀ ਕੀ ਮਕਦਾਰ ਇਹਦੀ ਕਮੀ ਦਾ ਕੀ ਵਜ੍ਹਾ ਹੈ ਜੀ। ਤੇ ਕੰਨ ਝੋਟੀਆਂ ਜਿਹੜੀਆਂ ਨੇ ਇਹਨਾਂ 100 ਵੀ ਚੱਲਦੇ ਜਾਓ, ਚਾਰਾ ਪਾਉਂਦੇ ਜਾਓ ਤੇ ਚੱਲਦੀਆਂ ਜਾਂਦੀਆਂ। ਠੀਕ ਹੈ, ਯਾਨੀ ਇਹਨਾਂ ਦੀ ਕੇਅਰ ਘੱਟ ਹੈ। ਤੇ ਮਾਸ਼ਾਅੱਲਾ ਇਸ ਟਾਈਮ ਕਿੰਨੇ ਜਾਨਵਰ ਨੇ ਤੁਹਾਡੇ ਕੋਲ? ਮੇਰੇ ਕੋਲ 20 ਜਾਨਵਰ। ਇਹ 20 ਜਾਨਵਰ ਨੇ? ਤੇ ਸਰ ਜਿਹੜੀਆਂ ਤੁਸੀਂ ਝੋਟੀਆਂ ਖਰੀਦਦੇ ਹੋ ਕੰਜ, ਇਹ ਪਹਿਲਨ ਖਰੀਦਦੇ ਹੋ ਕੀ ਹਿਸਾਬ ਹੁੰਦਾ ਹੈ ਜਾਂ ਕਿੰਨਵੇਂ ਸੂਏ ਵਾਲੀਆਂ ਤੁਸੀਂ ਖਰੀਦਦੇ ਹੋ? ਕੰਜਾਂ ਨੂੰ ਆਉਂਦੇ ਨੇ ਜਿਹੜੀ ਕਦੇ ਵੀ ਨਾ ਸੂਈ ਹੈ, ਪਹਿਲੀ ਦਫਾ ਸੁਣਾ ਹੈ। ਅੱਛਾ, ਯਾਨੀ ਪਹਿਲੀ ਦਫਾ ਸੁਣਾ ਹੋਏ ਕੰਜ ਉਹਨੂੰ ਕਹਿੰਦੇ ਹੋ। ਠੀਕ ਹੈ। ਤੇ ਸਰ ਤੁਸੀਂ ਇਹ ਕਿਹੜੀ ਮੰਡੀ ਚੋਂ ਖਰੀਦੀਆਂ ਨੇ? ਲੁੱਡਨ ਮੰਡੀ ਚ ਸਾਰੀਆਂ 20 ਦੀਆਂ 20? ਮਾਸ਼ਾਅੱਲਾ ਆਪਣੀ ਖਰੀਦਦਾਰੀ ਦੇ ਮੁਤਲਕ ਦੱਸੋ ਤੁਸੀਂ ਕਿਹੜੀਆਂ ਗੱਲਾਂ ਕਿਹੜੀਆਂ ਖੂਬੀਆਂ ਵੇਖ ਕੇ ਤੇ ਇਹ ਝੋਟੀਆਂ ਲਈਆਂ ਸਨ? ਮੇਰਾ ਫਸਟ ਟਾਈਮ ਹੈ ਲੇਕਿਨ ਇਸ ਤੋਂ ਬਾਅਦ ਐਕਸਪੀਰੀਅੰਸ ਵੱਧ ਗਿਆ ਕਿ ਇਹਨਾਂ ਦੇ ਖੂਬਸੂਰਤੀ ਵੇਖਣੀ ਚਾਹੀਦੀ ਹੈ ਤੇ ਪੁੱਠਾ ਵੇਖਣਾ ਚਾਹੀਦਾ ਹੈ, ਲੰਬਾਈ ਵੇਖਣੀ ਚਾਹੀਦੀ, ਉਸ ਹਿਸਾਬ ਨਾਲ ਲੈਣੀ ਚਾਹੀਦੀ। ਅੱਛਾ ਮਾਸ਼ਾਅੱਲਾ ਖੂਬਸੂਰਤੀ ਤੇ ਲੰਬਾਈ ਤੇ ਪੁੱਠਾ ਦਾ ਕਿਸ ਕਿਸਮ ਦਾ ਹੋਣਾ ਚਾਹੀਦਾ? ਥੋੜੀ ਬੇਲ ਲੰਬੀ ਹੋਏ ਤੇ ਪੁੱਠਾ ਦਾ ਚੌੜਾ ਹੋਣਾ ਚਾਹੀਦਾ। ਉਹ ਝੋਟੀ ਦੀ ਜ਼ਿਆਦਾ ਮੰਗ ਹੈ? ਤੇ ਸਰ ਕਿਹੜੀ ਨਸਲ ਦੀ ਜਿਹੜੀ ਝੋਟੀ ਹੈ ਉਹਦੀ ਜ਼ਿਆਦਾ ਮੰਗ ਹੁੰਦੀ ਹੈ? ਨੀਲੀ ਨਸਲ ਦੀ ਆਂਦੇ ਨੇ ਲੇਕਿਨ ਦੇਖੋ ਇਧਰੋਂ ਵੀ ਜਾ ਉਧਰ ਜਾ ਕੇ ਕੋਈ ਵੀ ਜਿਹੜੀ ਝੋਟੀ ਹੈ ਨਾ ਉਹਦਾ ਪੁੱਠਾ ਛੁੱਠਾ ਹੋਏ ਤਾਂ ਠੀਕ ਹੀ ਹੁੰਦੀ। ਲੋਕ ਨੀਲੀ ਨੀਲੀ ਕਰਦੇ ਨੇ, ਤੁਹਾਡਾ ਤਜਰਬਾ ਕੀ ਕਹਿੰਦਾ ਕਿ ਜਿਹੜੀ ਨੀਲੀ ਦੀ ਝੋਟੀ ਹੈ ਉਹ ਅਸਲ ਹਾਲਤ 'ਚ ਮਿਲਦੀ ਜਾਂ ਕਰਾਸੀ ਹੋ ਗਈ ਹੈ? ਉਹ ਕਰਾਸੀ ਹੋ ਗਈ, ਇਧਰੋਂ ਹੀ ਲੈ ਕੇ ਲੋਕੀ ਲੈ ਕੇ ਉਧਰ ਉਸ ਇਲਾਕੇ 'ਚ ਪਾਲ ਦਿੰਦੇ ਨੇ, ਖੁੱਲੀ ਜੂਵੇ ਇੱਥੋਂ ਲਾਈ ਜਾਂਦੇ ਨੇ ਉਧਰ ਜਾ ਕੇ ਪਾਲਦੇ ਨੇ ਤੇ ਨੀਲੀ ਦੀ ਕਰਕੇ ਦੇ ਖੜਦੇ ਨੇ। यानी कि नीली असल हालत च मिलना काफी मुश्किल है, वैसे मौजूद तो होनी है। हाँ है। ते सर तुसी ये जड़ियां झोटियां खरीदियां ने किन्नी उम्र दियां खरीदियां हन ते किन्ने किन्ने दी एवरेज मिल गई सी? एवरेज 80 गुजार दी सारियां रोड बोर्ड कुछ दोनियां ने कुछ चौबियां। अच्छा 80,000 दी एवरेज ते उम्र किन्नी के इन्हां दी? उम्र तकरीबन 1.5 साल होनी है। 1.5 साल ते माशाअल्लाह किन्नी उम्र दे विच बन लग जांदियां? ਇਹ ਲੱਗ ਗਈਆਂ ਜੇ ਕੁਝ ਲੱਗ ਗਈਆਂ ਨੇ 10 ਲੱਗ ਗਈਆਂ ਮਾਸ਼ਾਅੱਲਾ। ਤੇ ਤੁਸੀਂ ਸੀਮਨ ਰਖਵਾਇਆ ਜਾਂ ਕਿ ਝੋਟਾ ਰੱਖਿਆ? ਝੋਟਾ ਰੱਖਿਆ। ਇਹ ਕਿੰਨਾ? ਇੱਕ ਝੋਟਾ ਹੈ? ਇੱਕ ਝੋਟਾ। ਠੀਕ ਹੈ। ਤੇ ਅੱਜ ਕੱਲ ਤੁਸੀਂ ਇਹਨਾਂ ਦੀ ਰੂਟੀਨ ਕੀ ਰੱਖੀ ਹੈ? ਇਹਨਾਂ ਨੂੰ ਖੁਰਾਕ ਵਿੱਚ ਕੀ ਕੀ ਦਿੰਦੇ ਹੋ? ਆਹ ਰੂਟੀਨ ਚਾਰਾ ਸ਼ਾਰਾ ਬਸ ਜਿਹੜੀਆਂ ਤਿਆਰ ਹੋ ਜਾਂਦੀਆਂ ਤਿਆਰੀ ਦੇ ਕਰੀਬ ਹੁੰਦੀਆਂ ਨੇ ਉਹਨੂੰ ਕੁਛ ਵੰਡਾ ਛੰਡਾ ਦੇ। ਤੇ ਜਿਹੜੀਆਂ ਹਲੇ ਤਿਆਰ ਨਹੀਂ ਹੋਈਆਂ ਉਹ ਜਿਹੜੀ ਆਮ ਖੁਰਾਕ ਹੈ ਉਹਦੇ ਵਿੱਚ ਕੀ ਕੀ ਸ਼ਾਮਲ ਹੈ ਉਹ ਵੀ ਦੱਸੋ। ਕਮਾਦ ਤੇ ਸਟਾਲਾ ਤੇ ਤੂੜੀ ਜਾਂ ਪਰਾਲੀ ਨਹੀਂ ਸ਼ਾਮਲ? ਪਹਿਲਾਂ ਤੂੜੀ ਸੀ ਹੁਣ ਪਰਾਲੀ। ਤੇ ਰੋਜ਼ਾਨਾ ਇਹਨਾਂ ਨੂੰ ਕਿੰਨੀ ਦਫਾ ਰੋਜ਼ਾਨਾ ਦੀ ਰੂਟੀਨ ਦੱਸ ਦਿਓ ਕਿ ਸਵੇਰ ਤੋਂ ਲੈ ਕੇ ਸ਼ਾਮ ਤੱਕ ਤੁਸੀਂ ਇਹਨਾਂ ਦੀ ਰੂਟੀਨ ਕੀ ਰੱਖੀ ਹੈ? ਸਵੇਰ ਤੋਂ ਇੱਕ ਦਫਾ ਪੱਠੇ ਪਾਈ ਦੇ ਨੇ, ਇੱਕ ਦਫਾ ਸੈਕਿੰਡ ਟਾਈਮ ਪਾਈ ਦੇ। ਠੀਕ ਹੈ। ਤੇ ਸਰ ਬੜਾ ਅਹਿਮ ਸਵਾਲ ਹੈ ਕਿ ਜਿਹੜੇ ਦੁੱਧ ਦੇਣ ਵਾਲੇ ਜਾਨਵਰ ਨੇ ਉਹਨਾਂ ਦਾ ਖਰਚਾ ਤੇ ਜ਼ਿਆਦਾ ਹੁੰਦਾ ਹੈ, ਇਹ ਜਿਹੜੀਆਂ ਕੰਜ ਝੋਟੀਆਂ ਨੇ ਇਹਨਾਂ ਤੇ ਰੋਜ਼ਾਨਾ ਦਾ ਕਿੰਨਾ ਖਰਚਾ ਆ ਜਾਂਦਾ? ਇਹਨਾਂ ਕਿ ਮਹੀਨੇ 'ਚ 2500 3000 ਖਰਚਾ ਆ ਜਾਂਦਾ। ਮਹੀਨੇ ਦਾ? ਯਾਨੀ ਇਹਨਾਂ ਦਾ ਖਰਚਾ ਕੰਮ ਹੈ? ਹਾਂ ਉਹਨਾਂ ਦਾ ਘੱਟ। ਤੇ ਜਦੋਂ ਇਹ ਵੰਨ ਲੱਗ ਜਾਂਦੀਆਂ ਨੇ ਸੂਣ ਦੇ ਕਰੀਬ ਹੁੰਦੀਆਂ ਨੇ ਤੇ ਫਿਰ ਇਹਨਾਂ ਦੀ ਖੁਰਾਕ ਦੇ ਵਿੱਚ ਕੀ ਕਮੀ ਪੇਸ਼ੀ ਕਰਦੇ ਹੋ? ਫਿਰ ਬੜਾਈ ਦੀ ਹੈ। ਤੇ ਕੋਈ ਜਿਹੜਾ ਤੁਸੀਂ ਵੰਡੇ ਦਾ ਜ਼ਿਕਰ ਕੀਤਾ ਹੈ ਵੰਡਾ ਵਗੈਰਾ ਦਿੰਦੇ? ਕੋਈ ਮਹੀਨਾ 2 ਤੋਂ ਸ਼ੁਰੂ ਕਰੀਦਾ।
ਇਹ ਫਿਰ ਕਿਹੜਾ ਵੰਡਾ ਇਹਨਾਂ ਨੂੰ ਖਿਲਾਉਂਦੇ ਹੋ? ਕੋਈ ਵੀ ਤੁਸੀਂ ਖਲ ਦੇ ਦਿਓ, ਕੋਈ ਵੀ ਦੇ ਦਿਓ ਖਾਲ। ਇਹ ਵੰਡਾ ਕਿਸੇ ਕੰਪਨੀ ਦਾ ਇਸਤੇਮਾਲ ਕਰਨਾ ਬਿਹਤਰ ਹੈ ਜਾਂ ਕਿ ਖੁਦ ਤਿਆਰ ਕਰਕੇ ਕਰਨਾ ਬਿਹਤਰ ਹੈ? ਸਭ ਤੋਂ ਬਿਹਤਰ ਤਾਂ ਖੁਦ ਤਿਆਰ ਕਰੋ। ਖੁਦ ਕਿਹੜੀ ਚੀਜ਼ ਦਾ ਤਿਆਰ ਕਰੋ? ਇਹ ਦੋ ਤਿੰਨ ਚੀਜ਼ਾਂ ਹੁੰਦੀਆਂ ਨੇ, ਉਹ ਕੈਮੀਕਲ, ਕੈਲਸ਼ੀਅਮ ਹੁੰਦਾ ਹੈ, ਹੱਡੀਆਂ ਦਾ ਚੂਰਾ ਹੁੰਦਾ ਹੈ, ਚੌਲਾਂ ਦੀ ਪਾਲਿਸ਼ ਹੁੰਦੀ ਹੈ, ਇਸ ਮਿਕਸ ਕਰਕੇ। ਅੱਛਾ, ਉਹ ਬਿਹਤਰ ਹੈ, ਜ਼ਬਰਦਸਤ। ਤੇ ਸੂਣ ਵਾਲੇ ਜਾਨਵਰ ਨੂੰ ਕਹਿੰਦੇ ਨੇ ਕਿ ਕੋਈ ਘਿਓ ਜਾਂ ਤੇਲ ਵੀ ਦੇਣਾ ਚਾਹੀਦਾ ਹੈ। ਹਾਂਜੀ, ਤੇ ਤੁਸੀਂ ਕੋਈ ਘਿਓ ਜਾਂ ਤੇਲ ਦਾ ਇੰਤਜ਼ਾਮ ਜਾ ਕੇ ਘਿਓ ਦੇਈਦਾ। ਇਹ ਕਿਹੜੇ ਮੌਸਮ 'ਚ ਘਿਓ ਤੇ ਕਿਹੜੇ ਮੌਸਮ 'ਚ ਤੇਲ? ਇਹ ਜਦੋਂ ਸੂਣਾ ਉਸ ਤੋਂ ਪਹਿਲਾਂ ਕੋਈ 15-20 ਦਿਨ ਦੇ ਦਿੰਦਾ। ਨਹੀਂ, ਫਰਜ਼ ਕੀਤਾ ਅੱਜ ਕੱਲ੍ਹ ਸਰਦੀਆਂ ਦਾ ਮੌਸਮ ਹੈ, ਅਗਰ ਅੱਜ ਕੱਲ੍ਹ ਕੋਈ ਜਾਨਵਰ ਸੂਣ ਦੇ ਕਰੀਬ ਹੈ ਤੇ ਉਹਨੂੰ ਘਿਓ ਦੇਵਾਂਗੇ ਜਾਂ ਤੇਲ ਦੇਵਾਂਗੇ? ਘਿਓ ਦੇ। ਤੇ ਦੇਣ ਦਾ ਕੀ ਤਰੀਕਾ? ਘਿਓ ਕਿੰਜ ਦੇਣਾ ਹੈ? ਪਾਪਾ ਦੇ ਦੇਣਾ ਪਰ ਡੇ। ਗਰਮ ਕਰਕੇ ਦੇਣਾ ਜਾਂ ਇੰਜ ਹੀ ਦੇ ਹੜਨਾ? ਥੋੜਾ ਗਰਮ ਹੋਏਗਾ ਤੇ ਜਾਏਗਾ। ਠੀਕ ਹੈ। ਅੱਛਾ ਸਰ, ਤੁਸੀਂ ਕੰਜ ਝੋਟੀਆਂ ਰੱਖੀਆਂ ਨੇ, ਜਿਹੜੀ ਵੰਨ ਨਹੀਂ ਲੱਗਦੀ, ਹੀਟ ਵਿੱਚ ਨਹੀਂ ਹੁੰਦੀ, ਉਹਨੂੰ ਫਿਰ ਕੀ ਕਰਦੇ? ਉਹਨੂੰ ਸੇਲ ਕਰ ਦਿੰਦੇ ਜਾਂ ਉਹਦਾ ਕੋਈ ਇਲਾਜ ਵਗੈਰਾ ਕਰੀਦਾ? ਉਹਦਾ ਇਲਾਜ ਕਰੀਦਾ, ਉਹਨੂੰ ਥੋੜਾ ਜਿਹਾ ਹੀਟ 'ਚ ਲਿਆਈ ਜੇਗਾ, ਫਿਰ ਵੀ ਨਹੀਂ ਹੁੰਦਾ ਤਾਂ ਫਿਰ ਐਂਡ ਤੇ ਸੇਲ ਕਰ ਦਿੰਦੇ। ਇਲਾਜ ਸਰ ਕੀ ਕਰਦੇ ਹੋ? ਕੋਈ ਦੇਸੀ ਉਹਨੂੰ ਚੀਜ਼ ਦਿੰਦੇ ਹੋ? ਕੋਈ ਟੋਟ ਕੇ ਦੇਸੀ ਨੇ। ਕਿਹੜੇ? ਜੀ ਸਰ, ਉਹ ਟੋਟ ਕੇ ਦੱਸੋ ਤਾਂ ਕਿ ਜਿਹੜੇ ਭਾਈਆ ਵੀਡੀਓ ਵੇਖਦੇ ਨੇ ਉਹਨਾਂ ਦਾ ਫਾਇਦਾ ਹੋਈਏ। ਕਈ ਤੇ ਉਹਨਾਂ ਨੂੰ ਰੋਟੀ ਖਿਲਾਉਂਦੇ ਨੇ, ਕਈ ਉਹਨਾਂ ਨੂੰ ਛੁਆਰੇ ਆਉਂਦਾ ਇੱਕ ਟੋਟ ਗਿਆ, ਕਈ ਉਹਨਾਂ ਦੇ ਕੋਈ ਟੀਕਾ ਵੀ ਇੱਕ ਨਾ ਨਹੀਂ ਯਾਦ, ਉਹ ਵੀ ਲਾ ਦਿੰਦੇ, ਹੀਟ 'ਚ ਹੋ ਜਾਂਦੀ। ਅੱਛਾ, ਅਗਰ ਫੇਰ ਵੀ ਉਹ ਹੀਟ ਵਿੱਚ ਨਾ ਆਏ ਤਾਂ ਤੁਸੀਂ ਉਹਨੂੰ ਸੇਲ ਕਰ ਦਿੰਦੇ? ਤੇ ਉਹ ਜਿਹੜੀ ਫਿਰ ਗੱਬਨ ਨਹੀਂ ਹੁੰਦੀ, ਉਹ ਕੋਈ ਨਫਾ ਦੇ ਜਾਂਦੀ ਜਾਂ ਕਿ ਨੁਕਸਾਨ ਕਰ ਜਾਂਦੀ? ਤਕਰੀਬਨ ਬੈਲੈਂਸ ਹੋ ਜਾਂਦੀ। ਬੈਲੈਂਸ ਪੂਰਾ ਹੋ ਜਾਂਦਾ? ਹੋ ਜਾਂਦਾ। ਠੀਕ ਹੈ। ਤੇ ਸਰ 20 ਜਾਨਵਰਾਂ ਨੂੰ ਤੁਸੀਂ ਕਿੰਨੇ ਬੰਦੇ ਸੰਭਾਲਦੇ ਹੋ ਪਏ? ਇੱਕ ਬੰਦਾ ਸੰਭਾਲਦਾ। ਇਹ ਮੁਲਾਜ਼ਮ ਰੱਖਿਆ? ਹਾਂਜੀ। ਇੱਕ ਬੰਦਾ ਕਾਫੀ ਹੈ? ਕਾਫੀ। ਠੀਕ ਹੈ। ਆਪਣੇ ਸ਼ੈੱਡ ਦੇ ਮੁਤਲਕ ਥੋੜਾ ਦੱਸਿਓ। ਸ਼ੈੱਡ ਮੇਰੇ ਖਿਆਲ ਨਾਲ ਤੁਸੀਂ ਨਵਾਂ ਹੀ ਬਣਾਇਆ ਹੈ, ਇਹਦੀ ਲੰਬਾਈ ਕਿੰਨੀ ਹੈ ਤੇ ਚੌੜਾਈ ਕਿੰਨੀ ਹੈ? 35 ਫੁੱਟ ਚੌੜਾਈ ਹੈ, 70 ਫੁੱਟ ਲੰਬਾਈ ਹੈ ਤੇ ਹਲੇ ਤੱਕ ਸ਼ੁਰੂ ਹੋ ਰਿਹਾ ਜੀ। ਫਾਰਮ ਤੁਹਾਡਾ ਜ਼ੇਰੇ ਤਮੀਰ ਹੈ, ਚਲੋ ਅੱਲਾਹ ਪਾਕ ਤੁਹਾਨੂੰ ਉਹਦੇ 'ਚ ਵੀ ਕਾਮਯਾਬ ਕਰੇ। 35 ਫੁੱਟ ਚੌੜਾਈ ਤੇ 70 ਫੁੱਟ ਲੰਬਾਈ ਹੈ। ਤੇ ਇਹ ਕਿੰਨੇ ਅਰਸਾ ਪਹਿਲੇ ਬਣਾਇਆ ਜੇ? 5-7 ਮਹੀਨੇ ਪਹਿਲੇ। 7 ਮਹੀਨੇ ਪਹਿਲੇ। ਤੇ ਇਹਦੇ ਅੰਦਰ ਕਿੰਨੇ ਜਾਨਵਰ ਆ ਜਾਂਦੇ ਨੇ? ਇੱਕ ਖੁਰਲੀ ਤੇ 30 ਜਾਨਵਰ ਆ ਜਾਂਦੇ ਨੇ। ਅੱਗੋਂ ਜਿਹੜਾ ਬਣੇਗਾ ਉਹ ਲੈਦਾ। ਤੇ ਸਰ ਇਹ ਜਿਹੜਾ ਸ਼ੈੱਡ ਹੀ ਸ਼ੈੱਡ ਹੈ, ਇਹਦੇ ਉੱਤੇ ਕਿੰਨਾ ਖਰਚਾ ਆ ਗਿਆ ਦਾ ਕੋਈ ਅੰਦਾਜ਼ਾ ਲਾਇਆ? ਹਾਂ, ਇਹਦੇ ਉੱਤੇ ਖਰਚਾ ਆ ਗਿਆ ਕੋਈ 12 ਲੱਖ। 12 ਲੱਖ? 6 ਲੱਖ ਦੀ ਛੱਤ ਹੈ, 6 ਲੱਖ ਦੀ ਜੈਸਾ ਕੰਕਰੀਟ ਹੈ ਔਰ ਇਹ ਸਭ ਮਜ਼ਦੂਰੀ ਵਗੈਰਾ ਸਭ ਕੁਝ ਸ਼ਾਮਲ ਹੈ। ਛੱਤ ਤੁਸੀਂ ਰੈਡੀਮੇਡ ਹੀ ਇਸਤੇਮਾਲ ਕੀਤੀ ਹੈ? ਹਾਂਜੀ। ਇਹ ਜਿਹੜੀਆਂ ਸਲੈਬਾਂ ਨੇ, ਇਹਨਾਂ ਦੀ ਕੋਈ ਲੰਬਾਈ ਚੌੜਾਈ ਦਾ ਅੰਦਾਜ਼ਾ? ਇਹ ਮੇਰਾ ਐਕਸਪੀਰੀਅੰਸ ਹੈ, ਅਗਰ ਥੋੜਾ ਗਲਤ ਹੋਇਆ ਇਸ ਤੋਂ ਬਾਅਦ ਸਸਤਾ ਵੀ ਬਣ ਸਕਦਾ। ਉਹ ਮਜ਼ੀਦ ਹੁਣ ਇਹਦੀ ਜਿਹੜੀ ਲੈਂਥ ਹੈ 35 ਫੁੱਟ, ਜਿਹੜਾ ਗਾਰਡਰ ਹੈ ਉਹ ਮਹਿੰਗਾ ਹੁੰਦਾ। ਇਹਦੇ ਵਿੱਚ ਬਣਾ ਲਿਆ ਜਾਂ ਤਾਂ ਫਿਰ ਥੋੜਾ ਸਸਤਾ ਹੋ ਜਾਂਦਾ। ਅੱਛਾ, ਯਾਨੀ ਕਿ ਜਿਹੜਾ 35 ਫੁੱਟ ਲੰਬਾਈ ਦਾ ਗਾਰਡਰ ਹੈ ਇਹ ਮਹਿੰਗਾ ਹੈ, ਤੇ ਕਿੰਜ ਕਰਦੇ ਤੇ ਫਿਰ ਬਿਹਤਰ ਸੀ? ਅਗਰ ਇਹਦੇ ਵਿੱਚ ਪਿਲਰ ਲਗਾ ਦਿੰਦੇ ਤੇ 3 ਲੱਖ ਰੁਪਏ ਦਾ ਫਾਇਦਾ ਹੋ ਜਾਂਦਾ। ਅੱਛਾ, ਯਾਨੀ 3 ਲੱਖ ਬਚਤ ਹੋਈਆਂ ਨਹੀਂ। ਸਰ ਗੁਰ ਦੀ ਗੱਲ ਦੱਸੀ ਨਾ, ਮਾਸ਼ਾਅੱਲਾ। ਆਪਣੀ ਖੁਰਲੀ ਦੇ ਮੁਤਲਕ ਵੀ ਥੋੜਾ ਦੱਸੋ। ਤੁਸੀਂ ਇਹਦੇ ਤੇ ਸਿਸਟਮ ਜਿਹੜਾ ਹੈ ਉਹ ਆਟੋਮੈਟਿਕ ਲਾਇਆ ਪਾਣੀ ਦਾ? ਹਾਂਜੀ। ਤੇ ਇਹ ਜਿਹੜਾ ਸਿਸਟਮ ਹੈ ਆਟੋਮੈਟਿਕ ਨਾਲ ਪਾਣੀ ਦਾ, ਇਹ ਜਿਹੜੀਆਂ ਕੰਜ ਝੋਟੀਆਂ ਨੇ ਇਹਨਾਂ ਵਾਸਤੇ ਬਿਹਤਰ ਹੈ ਜਾਂ ਕਿ ਤੁਸੀਂ ਪਹਿਲੇ ਕਿਸੇ ਹੋਰ ਜਾਨਵਰਾਂ ਵਾਸਤੇ ਰੱਖਿਆ ਹੈ? ਇਹ ਬੱਚਿਆਂ ਵਾਸਤੇ ਬਿਹਤਰ, ਸਭ ਤੋਂ ਅੱਛੀ ਚੀਜ਼ ਬੱਚਿਆਂ ਵਾਸਤੇ। ਤੇ ਕੰਜ ਕੁਰਬਾਨੀ ਦੇ ਹੁੰਦੇ ਤੇ ਜਿਹੜੀਆਂ ਕੰਜ ਝੋਟੀਆਂ ਨੇ ਉਹਨਾਂ ਵਾਸਤੇ ਕਿਹੜਾ ਸਿਸਟਮ ਬਿਹਤਰ ਹੈ? ਉਹ ਅੱਗੇ ਬਣਾ ਰਿਹਾ ਸਭ ਖੁੱਲਾ ਸਿਸਟਮ, ਜਿੱਥੇ ਉਹ ਨਾ ਬੱਜੀਆਂ ਹੁਣ ਮਰਜ਼ੀ ਨਾਲ ਪਾਣੀ ਪੀਣ, ਮਰਜ਼ੀ ਨਾਲ ਖਾਣ। ਅੱਛਾ, ਯਾਨੀ ਇਹ ਤੁਹਾਡਾ ਬੱਚਿਆਂ ਦਾ? ਤੇ ਬੱਚਿਆਂ ਦਾ ਕੰਮ ਤੁਸੀਂ ਛੱਡਿਆ ਕਿ ਹਲੇ ਉਹਨਾਂ ਦਾ ਸੀਜ਼ਨ ਹੀ ਨਹੀਂ ਆਇਆ? ਉਹ ਸ਼ੁਰੂ ਕਰਨਾ ਸੀ, ਬਿਮਾਰ ਹੋ ਗਏ ਸੀ। ਚਲੋ ਅੱਲਾਹ ਪਾਕ ਸਿਹਤ ਦੇ। ਵੈਸੇ ਉਹ ਤੁਹਾਡਾ ਬੱਚਿਆਂ ਦਾ ਤਜਰਬਾ ਠੀਕ ਰਿਹਾ? ਪਰ ਕੀਤਾ ਹੀ ਨਹੀਂ, ਫਸਟ ਟਾਈਮ ਕਰਨਾ। ਅੱਛਾ, ਫਸਟ ਟਾਈਮ ਕਰਨਾ ਹੈ। ਠੀਕ ਹੈ। ਅੱਛਾ ਸਰ, ਇੱਕ ਬੜਾ ਅਹਿਮ ਸਵਾਲ ਪੁੱਛਣ ਲੱਗਾ ਵਾਂ। ਤੁਸੀਂ ਤਕਰੀਬਨ 1.5 ਸਾਲ ਦੀ ਝੋਟੀ ਲੈ ਕੇ ਆਉਂਦੇ ਹੋ, ਐਵਰੇਜ 80,000 ਦੀ ਪੈਂਦੀ ਹੈ, ਤੇ ਇਹਨੂੰ ਜ਼ਿਆਦਾ ਤੋਂ ਜ਼ਿਆਦਾ ਕਿੰਨੇ ਮਹੀਨੇ ਕੋਲ ਰੱਖਦੇ ਹੋ? ਇਹੀ ਹੋਪਫੁਲ ਹੋਈਦਾ ਕਿ ਆਸਨ ਹੋ ਜਾਏ, ਇਹ ਤਿਆਰੀ ਵੱਲ ਜਾਏ। ਅਗਰ ਉਦੋਂ ਹੀ ਬਣ ਜਾਂਦੀ ਹੈ 10 ਮਹੀਨੇ 'ਚ ਫਰਕ ਹੋ ਜਾਂਦਾ। 10 ਮਹੀਨੇ 'ਚ ਮੈਕਸੀਮਮ ਤੁਸੀਂ ਉਹਨੂੰ ਸਾਲ ਹੀ ਲਾ ਲਓ। ਤੇ ਸਾਲ ਵਿੱਚ ਤੁਸੀਂ ਖਰਚਾ ਤੇ ਮਹੀਨੇ ਦਾ ਤਕਰੀਬਨ ਦੱਸਿਆ 2500-3000 ਹੁੰਦਾ। ਤੇ ਜਦੋਂ ਉਹ ਤਿਆਰ ਹੋ ਜਾਂਦੀ ਹੈ ਉਹ ਕਿੰਨੇ ਕੁ ਦੀ ਸੇਲ ਹੋ ਜਾਂਦੀ ਹੈ? 2 ਲੱਖ ਤੱਕ ਵੀ ਚਲੀ ਜਾਂਦੀ ਹੈ। ਅੱਛਾ, ਤੇ ਐਸ ਤੂਤੇ ਜਾਂ ਥੱਲੇ ਵੀ ਹੋ ਸਕਦੀ ਹੈ? ਉੱਤੇ ਥੱਲੇ ਹੋ ਸਕਦੀ ਹੈ। ਮਾਸ਼ਾਅੱਲਾ। ਯਾਨੀ ਕਿ ਅਗਰ 80,000 ਦੀ ਹੋਵੇ ਤੇ ਤਕਰੀਬਨ 3000 ਵੀ ਤੁਸੀਂ ਖਰਚਾ ਮਹੀਨੇ ਦਾ ਲਾਓ ਤੇ 36,000 ਖਰਚਾ ਦਾ ਜਿਹੜਾ ਕਿ ਸਾਲ ਦਾ, ਤੇ ਯਾਨੀ ਕਿ ਬੱਚਤ ਫਿਰ ਠੀਕ ਹੀ ਦੇਈ ਜਾਂਦੀ ਹੈ। ਸੋ ਠੀਕ ਹੈ। ਚਲੋ
ਮਾਸ਼ਾਅੱਲਾ। ਤੇ ਅਗਰ ਕੋਈ ਭਾਈ ਤੁਹਾਡੇ ਕੋਲ ਤਿਆਰ ਜਿਹੜੀ ਭੈਂਸ ਖਰੀਦਣਾ ਚਾਹੁੰਦਾ ਹੈ, ਤੁਹਾਡੇ ਨਾਲ ਰਾਬਤਾ ਕਰ ਸਕਦਾ ਕਿ ਫਿਲਹਾਲ ਹਲੇ नहीं वो तकरीबन एक माह बाद में को पहली खेप शुरू हो जाती, 1 ਮਾਹ ਬਾਅਦ? ਤੇ ਤੁਹਾਡਾ ਨੰਬਰ ਵੀਡੀਓ 'ਚ ਦੇ ਦਈਏ ਜਾਂ ਕਿ ਅਗਰ ਕੋਈ ਭਾਈ ਇੰਟਰਸਟਿਡ ਹੋਏ ਤੇ ਉਹ ਕਮੈਂਟ ਕਰੇ ਤੇ ਫਿਰ ਉਹਨੂੰ ਦਈਏ? अगर कोई इंटरेस्टेड होए तो फिर ਕਮੈਂਟ ਕਰੇ ਫਿਰ। ਚਲੋ ਆ ਵੀ ਅੱਛਾ ਆਈਡੀਆ, ਕਿਉਂਕਿ ਬਾਜ਼ ਭਾਈ ਹੁੰਦੇ ਨੇ ਫਿਰ ਬਿਲਾ ਵਜ੍ਹਾ ਤੰਗ ਕਰਦੇ ਨੇ ਤੇ ਅਗਲਾ ਬੰਦਾ ਵੀ ਬਿਜ਼ੀ ਹੁੰਦਾ ਹੈ। ਅੱਛਾ ਖਿਆਲ ਹੈ। ਮਾਸ਼ਾਅੱਲਾ ਤੁਸੀਂ ਬੜੀਆਂ ਕੀਮਤੀ ਗੱਲਾਂ ਦੱਸੀਆਂ ਨੇ। ਜਿਹੜੇ ਦੋਸਤ ਹੈ ਵੀਡੀਓ ਵੇਖਦੇ ਨੇ ਪਏ ਉਹਨਾਂ ਦਾ ਜ਼ੇਨ ਹੈ ਡੇਰੀ ਫਾਰਮ ਸ਼ੁਰੂ ਕਰਨਾ, ਉਹਨਾਂ ਨੂੰ ਕੋਈ ਅੱਛਾ ਜਿਹਾ ਮਸ਼ਵਰਾ ਦਵੋ ਕਿ ਕਿਹੜੇ ਕੰਮ 'ਚ ਜ਼ਿਆਦਾ ਫਾਇਦਾ ਹੈ? ਇਹ ਤੇ ਆਪਣੇ ਜ਼ਹਿਨ ਦਾ ਤੁਹਾਡੇ ਜ਼ਹਿਨ ਦਾ ਇੰਟਰਸਟ ਹੈ ਕਿ ਅਗਰ ਤੁਸੀਂ ਡੇਲੀ ਵਾਈਜ਼ ਕਮਾਉਣਾ ਚਾਹੁੰਦੇ, ਦੁੱਧ ਦਾ ਕਾਰੋਬਾਰ ਅੱਛਾ ਉਹ 'ਤੇ ਧਿਆਨ ਤੋਂ ਦੇਣਾ ਪੈਣਾ। ਤੇ ਸੀਜ਼ਨਲ ਕੰਮ ਇਹ ਵੀ ਅੱਛਾ, ਉਹ ਤੁਹਾਡੀ ਜਿੱਦਾਂ ਤੁਹਾਡਾ ਮਾਈਂਡ ਜਾਂਦਾ ਉਹ ਕਰ ਲਓ। ਜ਼ਬਰਦਸਤ ਹੋ ਗਿਆ। ਅੱਛਾ ਸਰ, ਇੱਕ ਚੀਜ਼ ਦੱਸ ਦਿਓ, ਇੱਕ ਕੁਐਸਚਨ ਰਹਿ ਗਿਆ ਕਿ ਤੁਸੀਂ ਜਾਨਵਰ ਲੈ ਕੇ ਆਉਂਦੇ ਹੋ ਲੁੱਡਨ ਮੰਡੀ 'ਚੋਂ, ਜਾਨਵਰ ਕਿਹੜੀ ਮੰਡੀ 'ਚੋਂ ਸਭ ਤੋਂ ਬੈਸਟ ਰਹਿੰਦੇ ਨੇ ਲੁੱਡਨ ਤੋਂ ਇਲਾਵਾ ਵੀ? ਲਾਹੌਰ ਤੋਂ, ਲੁੱਡਨ ਤੋਂ ਤੇ 50 ਤੋਂ ਖਰੀਦਦੇ ਨੇ। ਠੀਕ ਹੈ। ਸਾਹੀਵਾਲ ਵੀ ਮੈਂ ਸੁਣਿਆ ਬਿਹਤਰ ਰਹਿੰਦਾ। ਹਾਂ ਸਾਹੀਵਾਲ ਨੂੰ ਲੁੱਡਨ ਇੱਕ ਕਿਹੜੀ ਬਰੀਡ, ਅਗਰ ਇਹ ਕੋਈ ਬਿਜ਼ਨਸ ਸ਼ੁਰੂ ਕਰਨਾ ਚਾਹੀਦਾ, ਕਿਹੜੀ ਬਰੀਡ ਸਭ ਤੋਂ ਬੈਸਟ ਰਹਿੰਦੀ ਹੈ ਸੇਲ ਪਰਚੇਜ਼ ਲਈ? ਬਸ ਉਹਦੀ ਖੂਬਸੂਰਤੀ ਅੱਛੀ ਹੋਏ ਤੇ ਨਸਲ ਤੋਂ ਇਲਾਵਾ ਖੂਬਸੂਰਤੀ ਪਹਿਲੇ ਵੇਖਣੀ ਚਾਹੀਦੀ ਹੈ। ਠੀਕ ਹੋ ਗਿਆ। ਬਹੁਤ ਸ਼ੁਕਰੀਆ ਸਰ, ਤੁਸੀਂ ਬਹੁਤ ਬੇਸ਼ਕੀਮਤ ਮਾਲੂਮਾਤ ਦਿੱਤੀਆਂ ਨੇ, ਤੁਹਾਡਾ ਬਹੁਤ ਸ਼ੁਕਰੀਆ।